ਮੋਗਾ ਦੇ ਗੋਦੇਵਾਲ ਸਟੇਡੀਅਮ ਦੇ ਵਿੱਚ 12ਵੀਂ ਕਲਾਸ ਦੀ ਵਿਦਿਆਰਥਣ ਨੂੰ ਧੱਕਾ ਦਿੱਤਾ ਗਿਆ ਸੀ। 12 ਅਗਸਤ ਨੂੰ ਘਟਨਾ ਵਾਪਰੀ ਸੀ, ਪਰ ਕਰੀਬ 7 ਦਿਨ ਬਾਅਦ ਵੀ ਮੁਲਜ਼ਮਾਂ ਤੱਕ ਪੁਲਿਸ ਨਹੀਂ ਪਹੁੰਚ ਸਕੀ। ਤੇ ਬੱਚੀ ਦੇ ਪਿਤਾ ਮੁਤਾਬਕ 12 ਅਗਸਤ ਨੂੰ ਉਹਨਾਂ ਦੀ ਧੀ ਦੇ ਨਾਲ ਪਹਿਲਾਂ ਜ਼ਬਰ ਜਨਾਹ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਉਸ ਨੂੰ 30 ਫੁੱਟ ਦੇ ਉੱਚੇ ਸਟੇਡੀਅਮ ਤੋਂ ਧੱਕਾ ਦੇ ਦਿੱਤਾ ਗਿਆ ਸੀ। ਬਿਆਨਾਂ ਦੇ ਆਧਾਰ ਤੇ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਤਾਂ ਕਰ ਲਿਆ ਗਿਆ, ਪਰ ਮੁਲਜ਼ਮ ਅਜੇ ਵੀ ਪੁਲਿਸ ਦੀ ਗਿਰਫਤ ਤੋਂ ਬਾਹਰ ਨੇ। 12 ਅਗਸਤ ਨੂੰ ਮੋਗਾ ਦੇ ਗੋਦੇਵਾਲਾ ਸਟੇਡੀਅਮ ਦੇ ਵਿੱਚ ਇੱਕ ਲੜਕੀ ਦੇ ਨਾਲ ਜ਼ਬਰਦਸਤੀ ਅਤੇ ਉਸ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਹਜੇ ਵੀ ਖਾਲੀ ਹੈ। ਹਾਲਾਂਕਿ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ 3 ਲੋਕਾਂ ਦੇ ਖਿਲਾਫ, ਲੇਕਿਨ ਹਜੇ ਤੱਕ ਪੁਲਿਸ ਨੇ ਉਹਨਾਂ ਲੜਕਿਆਂ ਨੂੰ ਫੜਿਆ ਨਹੀਂ। ਪੁਲਿਸ ਦਾ ਤਰਕ ਹੈ ਕਿ ਲਗਾਤਾਰ ਟੀਮਾਂ ਬਣਾਈਆਂ ਗਈਆਂ ਔਰ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਲੜਕਿਆਂ ਨੂੰ ਫੜਨ ਦੇ। ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਗਿਰਫਤ ਦੇ ਵਿੱਚ ਨਹੀਂ ਆਏ, ਪਰ ਹੁਣ ਸਵਾਲ ਇਹ ਬਣਿਆ ਹੋਇਆ ਕਿ ਅਸਲ 'ਚ ਸੱਚ ਕੀ ਹੈ। ਸੱਚ ਕੀ ਸੀ ਇਹ ਤਾਂ ਕੁੜੀ ਦੱਸ ਸਕਦੀ ਹੈ ਜਾਂ ਉਹ ਮੁਲਜ਼ਮ ਜਿਨ੍ਹਾਂ ਤੇ ਇਲਜ਼ਾਮ ਨੇ। ਲੜਕੀ ਬੋਲ ਨਹੀਂ ਸਕਦੀ ਤੇ ਲੜਕੇ ਪੁਲਿਸ ਦੀ ਪਕੜ ਦੇ ਵਿੱਚ ਨਹੀਂ ਆਏ, ਪਰ ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ 6 ਦਿਨ ਬੀਤਣ ਦੇ ਬਾਅਦ ਵੀ ਮੁਲਜ਼ਮ ਕਿੱਥੇ ਨੇ ਤੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਉਸ ਲੜਕੀ ਦੇ ਜ਼ਿਹਨ ਦੇ ਵਿੱਚ ਸਵਾਲ ਘੁੰਮ ਰਹੇ ਨੇ ਕਿ ਪਾਪਾ ਮੇਰੇ ਦੋਸ਼ੀ ਕਦੋਂ ਗ੍ਰਿਫਤਾਰ ਹੋਣਗੇ। ਸਵਾਲ ਤਾਂ ਲਾਜ਼ਮੀ ਤੌਰ ਤੇ ਘੁੰਮ ਰਹੇ ਹੋਣਗੇ, ਪਰ 7 ਦਿਨ ਬਾਅਦ ਵੀ ਜੇਕਰ ਪੁਲਿਸ ਦੇ ਹੱਥ ਖਾਲੀ ਹੋਣ। ਮੋਗਾ ਦੇ ਵਿੱਚ ਇਸ ਘਟਨਾ ਤੋਂ ਬਾਅਦ ਬਹੁਤ ਲੋਕਾਂ ਦੇ ਵਿੱਚ ਵੀ ਗੁੱਸਾ ਪਾਇਆ ਗਿਆ ਸੀ, ਪਰ 7 ਦਿਨ ਬਾਅਦ ਵੀ ਪੁਲਿਸ ਦੇ ਹੱਥ ਜਦੋਂ ਖਾਲੀ ਹੋਣ, ਮੁਲਜ਼ਮ ਭੱਜੇ ਹੋਣ ਜਾਂ ਆਜ਼ਾਦ ਘੁੰਮ ਰਹੇ ਹੋਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਟਾਈਟਲਰ ਦੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ ਜਾਣ ਵਾਲੇ ਸ਼ਖਸ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨਾਲ ਹੀ ਐਸਜੀਪੀਸੀ ਚੇਤਾਵਨੀ ਵੀ ਦੇ ਰਹੀ ਹੈ। ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ ਆਉਣ ਵਾਲੇ ਕਰਮਜੀਤ ਗਿੱਲ ਦੇ ਖਿਲਾਫ ਐਸਜੀਪੀਸੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਨਾਲ ਹੀ ਐਸਜੀਪੀਸੀ ਨੇ ਕਰਮਜੀਤ ਦੇ ਇਸ ਕੰਮ ਨੂੰ ਸੋਚੀ ਸਮਝੀ ਕੋਝੀ ਹਰਕਤ ਕਰਾਰ ਦਿੱਤਾ ਤੇ ਉਸ ਦੇ ਖਿਲਾਫ ਸਿੱਖ ਰਵਾਇਤਾਂ ਮੁਤਾਬਕ ਕੇਸ ਦਰਜ ਕਰਨ ਦੀ ਵੀ ਗੱਲ ਕਹੀ। ਸਿੱਖਾਂ ਦੇ ਕਾਤਲ ਨੂੰ ਪ੍ਰਮੋਟ ਕਰਨਾ ਇਸ ਸ਼ਖਸ ਦੀ ਸਾਡੀ ਸਮਝ ਤੋਂ ਬਾਹਰ ਹੈ ਕਿ ਕਿਉਂ ਪ੍ਰਮੋਟ ਕਰ ਰਿਹਾ ਕੋਈ ਪੰਜਾਬ ਹਰਮੰਦਰ ਸਾਹਿਬ ਜਾ ਕੇ। ਜੇ ਇਹ ਸ਼ਖਸ ਕਿਤੇ ਸਾਡੇ ਕਾਬੂ ਆ ਗਿਆ ਤਾਂ ਫਿਰ ਅਸੀਂ ਤਾਂ ਜੋ ਸਿੱਖ ਰਵਾਇਤਾਂ ਅਨੁਸਾਰ ਜੋ ਸਜ਼ਾ ਬਣਦੀ ਉਹ ਦੇਵਾਂਗੇ। ਉਧਰ ਕਰਮਜੀਤ ਗਿੱਲ ਖੁਦ ਨੂੰ ਕਾਂਗਰਸ ਦੇ ਐਸਸੀ ਸੈੱਲ ਦਾ ਵਾਈਸ ਚੇਅਰਮੈਨ ਦੱਸਦਾ ਹੈ, ਪਰ ਅੰਮ੍ਰਿਤਸਰ ਤੋਂ ਕਾਂਗਰਸ ਦੇ ਐਸਸੀ ਵਿੰਗ ਦੇ ਚੇਅਰਮੈਨ ਇੰਦਰਜੀਤ ਸਿੰਘ ਦਾ ਦਾਅਵਾ ਹੈ ਕਿ ਉਹ ਕਰਮਜੀਤ ਸਿੰਘ ਨੂੰ ਜਾਣਦੇ ਤੱਕ ਨਹੀਂ ਤੇ ਨਾ ਹੀ ਕਾਂਗਰਸ ਦੇ ਨਾਲ ਉਸ ਦਾ ਕੋਈ ਰਿਸ਼ਤਾ ਹੈ। ਕੋਈ ਮੇਰੇ ਵੱਲੋਂ ਜਾਂ ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਸਾਡੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਆ, ਉਹਨਾਂ ਵੱਲੋਂ ਕੋਈ ਲੈਟਰ ਇਸ਼ੂ ਨਹੀਂ ਹੋਇਆ, ਨਾ ਤਾਂ ਮੇਰੇ ਵੱਲੋਂ ਲੈਟਰ ਕੋਈ ਇਸ਼ੂ ਹੋਇਆ। ਉਹ ਬਿਲਕੁਲ ਸਾਡੀ ਪਾਰਟੀ ਨੂੰ ਬਦਨਾਮ ਕਰਨਾ ਚਾਹੁੰਦਾ ਹੈ। ਬੀਤੇ ਦਿਨ ਕਰਮਜੀਤ ਗਿੱਲ ਟਾਈਟਲਰ ਦੇ ਜਨਮ ਦਿਨ ਵਾਲੇ ਦਿਨ ਉਸ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ ਪਹੁੰਚਿਆ ਸੀ ਤੇ ਉਹ ਟਾਈਟਲਰ ਦਾ ਕਰੀਬੀ ਦੱਸਿਆ ਜਾਂਦਾ ਹੈ ਤੇ ਉਸ ਦੇ ਨਾਲ ਉਸ ਦੀਆਂ ਕਈ ਫੋਟੋਆਂ ਵੀ ਸਾਹਮਣੇ ਆਈਆਂ ਨੇ। ਕਾਬਿਲੇ ਗੌਰ ਹੈ ਕਿ ਜਾਣਕਾਰੀ ਮੁਤਾਬਕ ਇਸ ਸ਼ਖਸ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਵੀ ਟੇਕਿਆ। ਬਾਅਦ ਦੇ ਵਿੱਚ ਆ ਕੇ ਜਦੋਂ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤਾਂ ਉਸ ਤੋਂ ਬਾਅਦ ਇੱਕ ਟੀ-ਸ਼ਰਟ ਪਾਈ ਜਿਸ ਦੇ ਉੱਤੇ ਟਾਈਟਲਰ ਦੀ ਫੋਟੋ ਸੀ ਤੇ ਉਸ ਫੋਟੋ ਵਾਲੀ ਟੀ-ਸ਼ਰਟ ਦੇ ਨਾਲ ਫੋਟੋਆਂ ਖਿਚਵਾਈਆਂ ਤੇ ਦੁਬਾਰਾ ਕੱਪੜੇ ਬਦਲੇ ਤੇ ਉਸ ਤੋਂ ਬਾਅਦ ਉੱਥੋਂ ਗਿਆ। ਹੁਣ ਸਵਾਲ ਇਹ ਹੈ ਕਿ ਉੱਥੇ ਜਾ ਕੇ ਇਸ ਤਰੀਕੇ ਨਾਲ ਟਾਈਟਲਰ ਦੀਆਂ ਫੋਟੋਆਂ ਵਾਲੀ ਟੀ-ਸ਼ਰਟ ਪਾ ਕੇ ਫੋਟੋਆਂ ਖਿਚਵਾਉਣ ਦਾ ਮਕਸਦ ਕੀ ਸੀ। ਖੈਰ, ਕਰਪਸ਼ਨ ਮਾਮਲੇ ਦਾ ਜ਼ਿਕਰ ਕਰਦੇ ਹਾਂ। ਕਰਪਸ਼ਨ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਪੀਏ ਵਿਜੀਲੈਂਸ ਦੀ ਰਡਾਰ ਦੇ ਉੱਤੇ ਹੈ। ਤੇ ਮਾਮਲਾ ਲੁਧਿਆਣਾ ਟਰਾਂਸਪੋਰਟ ਟੈਂਡਰ ਘੁਟਾਲੇ ਦਾ ਹੈ, ਜਿੱਥੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਪੰਕਜ ਮੀਨੂ ਨੂੰ ਨਾਮਜ਼ਦ ਕੀਤਾ ਗਿਆ ਜੋ ਅਜੇ ਫਰਾਰ ਹੈ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਕਿ ਪੰਕਜ ਇਸੇ ਮਾਮਲੇ 'ਚ ਗ੍ਰਿਫਤਾਰ ਨਿੱਜੀ ਫਰਮ ਮਾਲਕ ਤੇਲੂ ਰਾਮ ਦਾ ਕਰੀਬੀ ਹੈ ਤੇ ਪੰਕਜ ਦੇ ਨਾਲ ਨੇੜਤਾ ਕਰਕੇ ਤੇਲੂ ਰਾਮ ਨੂੰ ਵੱਡੇ ਟੈਂਡਰ ਮਿਲਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਅਜੇ ਕਿਸੇ ਮੁਲਾਜ਼ਮ ਤੇ FIR ਨਹੀਂ ਹੋਈ, 2 ਠੇਕੇਦਾਰਾਂ ਦੀ ਹੋਈ ਹੈ ਔਰ ਇੱਕ ਜਿਹੜਾ ਪੀਏ ਹੈ ਮੰਤਰੀ ਸਾਹਿਬ ਦੇ ਸਾਬਕਾ ਮੰਤਰੀ ਜੀ ਦਾ, ਉਹਨਾਂ ਦੀ ਹੋਈ ਹੈ। ਮੁਲਾਜ਼ਮ ਤੇ ਕਿਸੇ ਖਿਲਾਫ FIR ਨਹੀਂ। ਹਾਂ, ਇਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਵੋ। ਉਧਰ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਹੜਤਾਲ ਤੇ ਨੇ। ਦਰਅਸਲ ਇਸੇ ਮਾਮਲੇ 'ਚ ਪਿਛਲੇ ਦਿਨੀ DM ਤੇ ਕੇਸ ਦਰਜ ਹੋਇਆ ਸੀ। ਮੁਲਾਜ਼ਮ ਜਿਸ ਦਾ ਵਿਰੋਧ ਕਰ ਰਹੇ ਨੇ। ਟਰਾਂਸਪੋਰਟ ਦਾ ਅਰੇਂਜਮੈਂਟ ਉਹ ਠੇਕੇਦਾਰ ਵੱਲੋਂ ਕੀਤਾ ਜਾਂਦਾ ਮੰਡੀਆਂ 'ਚ, ਤੇ ਜਿਹੜੀ ਅਲੋਟਮੈਂਟ ਕਮੇਟੀ ਹੈ ਜ਼ਿਲ੍ਹੇ ਦੀ, ਜਿਹਦੇ 'ਚ ਸਾਰੇ DM ਮੈਂਬਰ ਹੁੰਦੇ ਆ ਤੇ ਡਿਪਟੀ ਡਾਇਰੈਕਟਰ ਉਹਦੇ ਚੇਅਰਮੈਨ ਹੁੰਦੇ ਆ, ਤੇ ਜਿਹੜੀ ਸਾਰਾ ਟੈਂਡਰਿੰਗ ਪ੍ਰੋਸੈਸ ਹੈ ਉਹ ਸਾਰਾ ਆਨਲਾਈਨ ਹੈ ਤੇ ਉਹਦੇ 'ਚ ਕਿਸੇ ਵੀ ਤਰ੍ਹਾਂ ਦੀ ਅਨੋਮਲੀ ਅਗਰ ਹੋ ਵੀ ਜਾਂਦੀ ਹੈ ਤਾਂ ਉਹ ਕੋਰਟ ਬੈਠੀ ਹੈ, ਕੋਰਟ ਉਹਨੂੰ ਦੇਖਦੀ ਹੈ, ਟੈਂਡਰ ਰੱਦ ਕਰ ਸਕਦੀ ਹੈ।
ਦਰਅਸਲ ਇਲਜ਼ਾਮ ਨੇ ਕਿ ਪੰਕਜ ਮੀਨੂ ਤੇ ਤੇਲੂ ਰਾਮ ਮਿਲ ਕੇ ਟਰੱਕਾਂ ਦੀ ਥਾਂ 2 ਪਹੀਆ ਵਾਹਨਾਂ ਤੇ ਨੰਬਰ ਦਿਖਾ ਕੇ ਟੈਂਡਰ ਹਾਸਲ ਕਰਦੇ ਸਨ, ਜਿਸ ਨਾਲ ਠੇਕੇਦਾਰਾਂ ਨੂੰ ਨਿੱਜੀ ਤੌਰ ਤੇ ਫਾਇਦਾ ਪਹੁੰਚਿਆ। खैर हुण सवाल यही है क्योंकि जानकारी मुताबक जो मीनू मल्होत्रा दस्सिया जा रहा है, विजिलेंस ने उसनूं पुछगिछ दे लई सद्दिया सी पर उत्थे नहीं पहुंचिया, फरार हो गया ते उस तो बाद तो विजिलेंस उसनूं भी हुण भाल रही है। हुण गल भगतूपुरा जमीन दी भी करांगे जिथे घोटाले दे इल्जाम लग रहे हैं, जिस दे विच इल्जाम है कि साबका मंत्री तृप्त रजिंदर सिंह बाजवा ने रिजल्ट आउण तो बाद दस्तखत कीते सी, यानी 11 मार्च। ਕੋਸ਼ਿਸ਼ ਹੋਊਗੀ ਕਿ ਅਸੀਂ ਇਹ ਜਿਹੜਾ 150 ਕਰੋੜ ਰੁਪਈਆ ਵੀ ਰਿਕਵਰ ਕਰੀਏ ਔਰ ਨਾਲ ਅਸੀਂ ਜਿਹੜੇ ਬੰਦਿਆਂ ਨੇ ਗੜਬੜ ਕੀਤੀ ਉਹਨਾਂ ਬੰਦਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ। ਤੇ ਸਰਕਾਰ ਨੇ ਇਸ ਘੁਟਾਲੇ ਨੂੰ ਲੈ ਕੇ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਤਾਂ ਸਾਬਕਾ ਮੰਤਰੀ ਬਾਜਵਾ ਨੇ ਹੁਣ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ 11 ਮਾਰਚ ਨੂੰ ਫਾਈਲ ਦੇ ਉੱਤੇ ਦਸਤਖਤ ਕਾਨੂੰਨ ਮੁਤਾਬਕ ਹੀ ਕੀਤੇ ਗਏ ਤੇ ਇਸ ਮਾਮਲੇ ਤੇ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਚੁਣੌਤੀ ਵੀ ਦਿੱਤੀ ਗਈ ਹੈ। ਮੈਂ ਤਾਂ 3 ਮੈਂਬਰੀ ਕਮੇਟੀ ਕੋਲ ਹੀ ਜਾ ਕੇ ਆਪ ਪੇਸ਼ ਹੋਇਆ। ਜੇ ਮੈਨੂੰ ਵਿਜੀਲੈਂਸ ਵਾਲੇ ਜਾਂ ਕੋਈ ਹੋਰ ਅਫਸਰ ਸੱਦੂਗਾ ਮੈਂ ਜ਼ਰੂਰ ਪੇਸ਼ ਆਊਂਗਾ ਤੇ ਮੈਂ ਤਾਂ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ, ਪਰ ਕਾਨੂੰਨੀ ਰਾਏ ਵੀ ਪਤਾ ਕਰਾਂਗੇ ਵੀ ਕੀ ਹਿਸਾਬ ਕਿਤਾਬ ਇਹਦੇ 'ਚ ਹੈਗਾ ਵਾ। ਦੱਸ ਦਈਏ ਕਿ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆ ਗਏ ਸਨ ਤੇ ਤਤਕਾਲੀ ਪੰਚਾਇਤੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਭਗਤੂਪੁਰਾ ਜ਼ਮੀਨ ਤੇ ਸਾਈਨ 11 ਮਾਰਚ ਨੂੰ ਕੀਤੇ, ਜਿਸ ਨੂੰ ਉਹ ਕਾਨੂੰਨੀ ਸਹੀ ਦੱਸ ਰਹੇ ਨੇ ਤੇ ਸਰਕਾਰ ਗੈਰ ਕਾਨੂੰਨੀ। ਇਸ ਘੁਟਾਲੇ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ। ਹੁਣ ਸਵਾਲ ਇਹ ਜ਼ਰੂਰ ਹੈ ਕਿ ਆਖਿਰ 11 ਮਾਰਚ ਨੂੰ ਉਹ ਸਾਈਨ ਕਰ ਸਕਦੇ ਸੀ ਜਾਂ ਨਹੀਂ। ਇੱਕ ਸਾਈਨ ਕਰਨ ਦੀ ਅਧਿਕਾਰ ਹੁੰਦਾ ਤੇ ਦੂਜਾ ਨੈਤਿਕਤਾ ਵੀ ਹੁੰਦੀ ਹੈ ਕਿ ਉਸ ਦੇ ਆਧਾਰ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਉਧਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਸਿਆਸੀ ਆਗੂ ਵੀ ਰਡਾਰ ਦੇ ਉੱਤੇ ਆਏ ਹੋਏ ਨੇ। ਹੁਣ ਉਹ ਆਗੂ ਜੋ ਘਪਲਿਆਂ ਦੇ ਵਿੱਚ ਸ਼ਾਮਲ ਰਹੇ ਰਡਾਰ ਦੇ ਉੱਤੇ ਨੇ। ਤੇ ਪਹਿਲਾਂ ਆਪਣਾ ਮੰਤਰੀ ਰਡਾਰ ਤੇ ਫਿਰ ਸਾਬਕਾ ਮੰਤਰੀ ਰਡਾਰ ਤੇ ਹੁਣ ਸਾਬਕਾ ਮੁੱਖ ਮੰਤਰੀ ਵੀ ਰਡਾਰ ਤੇ। ਜਿਹਾਂ ਕਥਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖੇਤੀ ਮਸ਼ੀਨਾਂ ਦੇ ਘੁਟਾਲੇ ਦੇ ਇਲਜ਼ਾਮਾਂ 'ਚ ਘਿਰ ਰਹੇ ਨੇ ਤੇ ਸਰਕਾਰ ਹੁਣ ਇਸ ਦੀ ਸੀਬੀਆਈ ਨੂੰ ਜਾਂਚ ਸੌਂਪਣ ਦੀ ਤਿਆਰੀ ਕਰ ਰਹੀ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਐਸਸੀ ਬੱਚਿਆਂ ਦੀ ਸਕਾਲਰਸ਼ਿਪ 'ਚ ਖਾਸ ਕਰ 2017 ਤੋਂ ਲੈ ਕੇ 2021 ਤੱਕ ਜਿਹੜਾ ਸੈਂਟਰ ਵੱਲੋਂ ਪੈਸਾ ਆਇਆ ਉਹਦੇ ਤੇ ਕਈ ਤਰ੍ਹਾਂ ਦੀਆਂ ਸਵਾਲ ਉੱਠਦੇ ਆ ਔਰ ਉਸ ਟਾਈਮ ਵੀ ਕਾਂਗਰਸ ਦੀ ਸਰਕਾਰ ਦੇ ਟਾਈਮ ਜਦੋਂ ਧਰਮਸੋਤ ਮਿਨਿਸਟਰ ਸੀਗੇ ਉਦੋਂ ਵੀ ਦੋਸ਼ ਲੱਗੇ ਸੀ, ਲੇਕਿਨ ਇਹਨਾਂ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਸਾਬਕਾ ਮੰਤਰੀਆਂ ਤੇ ਗਾਜ਼ ਡਿੱਗ ਵੀ ਚੁੱਕੀ ਹੈ ਤੇ ਕਈਆਂ ਤੇ ਡਿੱਗਣ ਦੀ ਤਿਆਰੀ ਨਜ਼ਰ ਆਉਂਦੀ ਹੈ। ਸਾਧੂ ਸਿੰਘ ਧਰਮਸੋਤ ਆਲਰੇਡੀ ਜੇਲ੍ਹ ਦੇ ਵਿੱਚ ਨੇ ਜੰਗਲਾਤ ਵਿਭਾਗ ਦੇ ਵਿੱਚ ਹੋਏ ਘੁਟਾਲੇ ਦੇ ਇਲਜ਼ਾਮਾਂ ਦੇ ਵਿੱਚ ਤੇ ਸਕਾਲਰਸ਼ਿਪ ਘੁਟਾਲਾ ਵੀ ਇੱਕ ਨਵਾਂ ਖੁੱਲਣ ਨੂੰ ਤਿਆਰ ਇਸ ਸਮੇਂ ਨਜ਼ਰ ਆ ਰਿਹਾ ਹੈ। ਪਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਤੇ ਕਈ ਹੋਰ ਮੰਤਰੀ ਵੀ ਰਡਾਰ ਦੇ ਉੱਤੇ ਇਸ ਸਮੇਂ ਨਜ਼ਰ ਆ ਰਹੇ ਨੇ ਵਿਜੀਲੈਂਸ ਦੇ। ਹੁਣ ਅੱਗੇ ਵਧਦੇ ਹਾਂ ਕਿਉਂਕਿ ਜੋ ਸਕਾਲਰਸ਼ਿਪ ਘੁਟਾਲੇ ਦਾ ਜ਼ਿਕਰ ਹੋ ਰਿਹਾ, ਕਥਿਤ ਸਕਾਲਰਸ਼ਿਪ ਘੁਟਾਲੇ ਦਾ, ਤੇ ਜਾਂਚ ਹੁਣ ਸੀਬੀਆਈ ਨੂੰ ਸੌਂਪੀ ਜਾ ਸਕਦੀ ਹੈ। ਦੇਸ਼ ਦੀ ਵੱਡੀ ਏਜੰਸੀ ਹੈ ਸੀਬੀਆਈ